Beta, according to the Arastu, he says that slavery is unnatural. ਉਹ ਇਹ ਕਹਿੰਦਾ ਹੈ ਕਿ ਜਿਹੜੀ ਸਲੇਵਰੀ ਹੈ, ਦਾਸਤਾ ਜਿਹੜੀ ਹੈਗੀ ਹੈ, ਇਹ ਨੈਚੁਰਲ ਹੁੰਦੀ ਹੈ। ਮੀਨਸ ਇੱਕ ਵਿਅਕਤੀ ਜੋ ਕਮਜ਼ੋਰ ਹੈ ਉਹ ਸ਼ੁਰੂ ਤੋਂ ਹੀ ਜਿਹੜਾ ਹੈਗਾ ਉਹ ਦਾਸ ਹੈ, ਔਰ ਇੱਕ ਜਿਹੜਾ ਵਿਅਕਤੀ ਤਾਕਤਵਰ ਹੈ ਉਹਨੂੰ ਪੂਰਾ ਅਧਿਕਾਰ ਹੈ ਕਿ ਉਹ ਕਮਜ਼ੋਰ ਵਿਅਕਤੀ ਨੂੰ ਆਪਣਾ ਦਾਸ ਬਣਾ ਸਕੇ। ਉਸ ਤੋਂ ਬਾਅਦ ਹੈ ਬੇਸਡ ਔਨ ਦ ਨੈਚੁਰਲ ਹਿਊਮਨ ਇਨਇਕੁਐਲਿਟੀਜ਼, ਕਿ ਅਗਰ ਕੁਦਰਤ ਨੇ ਹੀ ਸਾਰਿਆਂ ਨੂੰ ਸਮਾਨ ਨਹੀਂ ਬਣਾਇਆ ਹੈ, ਅਗਰ ਕੁਦਰਤ ਦਾਸਤਾ ਦੀ ਵਿਰੋਧੀ ਹੁੰਦੀ ਤਾਂ ਸ਼ਾਇਦ ਕੁਦਰਤ ਨੇ ਸਾਰੇ ਵਿਅਕਤੀਆਂ ਨੂੰ ਇਕੁਅਲ ਬਣਾਇਆ। ਅਗਰ ਉਸਨੇ ਇੱਕ ਨੂੰ ਕਮਜ਼ੋਰ ਅਤੇ ਦੂਸਰੇ ਨੂੰ ਤਾਕਤਵਰ ਬਣਾਇਆ ਹੈ, ਇਟ ਮੀਨਸ ਜਿਹੜਾ ਕੁਦਰਤ ਹੈ ਉਹ ਵੀ ਜਿਹੜਾ ਕਿਤੇ ਨਾ ਕਿਤੇ ਦਾਸਤਾ ਦੇ ਪੱਖ ਦੇ ਵਿੱਚ ਹੈ। ਬਲਵਾਨ ਦਾ ਕਮਜ਼ੋਰ 'ਤੇ ਸ਼ਾਸਨ ਕੁਦਰਤੀ ਹੈ। ਰੂਲਸ ਆਫ ਸਟਰੋਂਗਰ ਓਵਰ ਦ ਵੀਕਰ ਇਜ਼ ਨੈਚੁਰਲ, ਕਿ ਕਿਸੇ ਬਲਵਾਨ ਵਿਅਕਤੀ ਦਾ ਕਿਸੇ ਕਮਜ਼ੋਰ ਵਿਅਕਤੀ 'ਤੇ ਸ਼ਾਸਨ ਕਰਨਾ ਕੁਦਰਤੀ ਹੁੰਦਾ ਹੈ। ਠੀਕ ਹੈ। ਗੁਲਾਮ ਕੌਣ ਹੈ? ਅਸਲ ਦੇ ਵਿੱਚ ਗੁਲਾਮ ਉਹ ਹੈ ਬੇਟਾ ਜੋ ਸਰੀਰਕ ਤੌਰ 'ਤੇ ਕਮਜ਼ੋਰ ਹੈ ਨਾ। ਉਸ ਤੋਂ ਬਾਅਦ ਹੈ ਦਾਸ ਪ੍ਰਥਾ ਉਪਯੋਗੀ ਹੈ। ਉਹ ਕਹਿੰਦੇ ਸਲੇਵਰੀ ਇਜ਼ ਯੂਜ਼ਫੁਲ। ਨੰਬਰ 1, ਸਵਾਮੀਆਂ ਲਈ ਦਾਸ ਦਾ ਹੋਣਾ ਇੱਕ ਜ਼ਰੂਰਤ ਹੈ, ਕਿਉਂਕਿ ਉਹਨਾਂ ਦੀ ਰਾਜ ਵਿਵਸਥਾ ਦੇ ਕੰਮ ਕਰਨੇ ਹੁੰਦੇ ਨੇ। ਉਹ ਕਹਿੰਦਾ ਹੈ ਕਿ ਜਿਹੜਾ ਰਾਜਾ ਹੈ ਜਾਂ ਜਿਹੜਾ ਮਾਲਿਕ ਹੈ ਉਹਦੇ ਲਈ ਦਾਸ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨੇ ਬਹੁਤ ਹੋਰ ਕੰਮ ਵੀ ਕਰਨੇ ਹੁੰਦੇ ਨੇ। ਉਸ ਤੋਂ ਬਾਅਦ ਹੈ ਦਾਸਤਾ ਦਾ ਹੋਣਾ ਦਾਸਤਾਂ ਲਈ ਵੀ ਜ਼ਰੂਰੀ ਹੈ। ਉਹ ਕਹਿੰਦਾ ਸਲੇਵਰੀ ਜਿਹੜੀ ਹੈਗੀ ਹੈ ਉਹ ਸਲੇਵਰਸ ਲਈ ਵੀ ਇੰਪੋਰਟੈਂਟ ਹੈ। ਵਾਈ? ਬਿਕੋਜ਼ ਇੱਕ ਸਵਾਮੀ ਜਿਹੜਾ ਹੈਗਾ ਉਹ ਨੌਕਰਾਂ ਬਾਰੇ ਜਾਂ ਦਾਸ ਬਾਰੇ ਜਿਹੜਾ ਹੈਗਾ ਗੁਲਾਮਾਂ ਬਾਰੇ ਸੋਚਦਾ ਹੈ। ਠੀਕ ਹੈ। ਦਾਸ ਪ੍ਰਥਾ ਸਹੂਲਤ ਭਰਪੂਰ ਹੈ। ਸਲੇਵਰੀ ਕਿ ਦਾਸਾਂ ਨੂੰ ਮਾਲਿਕ ਅਗਰ ਕੰਮ ਕਰਵਾਉਂਦਾ ਹੈ ਤਾਂ ਦਾਸਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਦਿੰਦਾ ਹੈ, ਕਿ ਭੀਖ ਮੰਗਣ ਨਾਲੋਂ ਤਾਂ ਚੰਗਾ ਹੈ ਕਿਸੇ ਦੇ ਦਾਸ ਬਣ ਜਾਓ। ਉਹ ਕਹਿੰਦਾ ਹੈ ਦਾਸ 2 ਤਰ੍ਹਾਂ ਦੇ ਹੁੰਦੇ ਨੇ, ਲੀਗਲ ਅਤੇ ਨੈਚੁਰਲ। ਨੈਚੁਰਲ ਸਲੇਵਰੀ ਉਹ ਹੁੰਦੇ ਨੇ ਜੋ ਕੁਦਰਤੀ ਤੌਰ 'ਤੇ ਕਮਜ਼ੋਰ ਨੇ। ਠੀਕ ਹੈ। ਔਰ ਲੀਗਲ ਉਹ ਹੁੰਦੇ ਨੇ ਕਿ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਨਾ, ਇੱਕ ਰਾਜਾ ਨੇ ਦੂਸਰੇ ਰਾਜਾ 'ਤੇ ਹਮਲਾ ਕਰ ਲਿੱਤਾ ਅਤੇ ਉਹਦੇ ਫਿਰ ਜਿਹੜੇ ਸਾਰੇ ਬੰਦੇ ਜਿੱਤੇ ਹੁੰਦੇ ਸੀਗੇ ਉਹਦੇ ਗੁਲਾਮ ਬਣ ਜਾਂਦੇ ਹੁੰਦੇ ਸੀ, ਤਾਂ ਉਹ ਉਹਨੂੰ ਕਹਿੰਦਾ ਹੈ ਲੀਗਲ, ਜੋ ਲੀਗਲੀ ਤੌਰ 'ਤੇ ਬਣਾਏ ਗਏ ਨੇ, ਅਤੇ ਦੂਸਰਾ ਜਿਹੜੇ ਕਿ ਨੈਚੁਰਲ ਹੁੰਦੇ ਨੇ। ਪਰ ਜਿਹੜੇ ਕਈਆਂ ਨੇ ਇਸ ਦੀ ਆਲੋਚਨਾ ਵੀ ਕੀਤੀ ਹੈ ਕਿ ਦਾਸ ਪ੍ਰਥਾ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਗਲਤ ਹੈ। ਨੰਬਰ 1, ਇੱਕ ਤਾਂ ਹੈ ਅਨਰੀਅਲਿਸਟਿਕ ਕਨਸੈਪਟ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਸਲੇਵਰੀ ਵਰਡਸ ਜਿਹੜਾ ਹੈਗਾ ਉਹ ਕਿਤੇ ਵੀ ਐਗਜ਼ਿਸਟ ਨਹੀਂ ਕਰ ਸਕਦਾ। ਠੀਕ ਹੈ। ਉਸ ਤੋਂ ਬਾਅਦ ਸਲੇਵਰੀ ਇਜ਼ ਨਾਟ ਦੀ ਨੈਚੁਰਲ। ਹਾਊ ਕੈਨ ਵੀ ਸੇ ਦੈਟ ਸਲੇਵਰੀ ਇਜ਼ ਦ ਨੈਚੁਰਲ? ਨੋ, ਸਲੇਵਰੀ ਜਿਹੜਾ ਹੈਗਾ ਉਹ ਨੈਚੁਰਲ ਨਹੀਂ ਹੈ। ਕਿਤੇ ਵੀ ਇਸ ਚੀਜ਼ ਦਾ ਕੋਈ ਵੀ ਹਿਸਟੋਰੀਕਲ ਪ੍ਰੂਫ ਨਹੀਂ ਮਿਲਦਾ ਹੈ। ਉਸ ਤੋਂ ਬਾਅਦ ਦ ਪੋਜੀਸ਼ਨ ਆਫ ਦ ਸਲੇਵਰਸ ਕੈਨ ਨਾਟ ਬੀ ਕਲੀਅਰ, ਕਿ ਜ਼ਰੂਰੀ ਨਹੀਂ ਹੈ ਕਿ ਹਰ ਮਾਲਿਕ ਆਪਣੇ ਨੌਕਰ ਨੂੰ ਚੰਗਾ ਹੀ ਵਿਵਹਾਰ ਕਰਦਾ ਹੋਵੇ ਜਾਂ ਹਰ ਮਾਲਿਕ ਆਪਣੇ ਨੌਕਰ ਨੂੰ ਚੰਗਾ ਹੀ ਰੱਖਦਾ ਹੋਵੇ। ਦੂਸਰੀ ਗੱਲ ਇਹ ਹੈ ਕਿ ਇਹ ਅਨਡੈਮੋਕ੍ਰੈਟਿਕ ਹੈ। ਜਿੱਥੇ ਆਪਾਂ ਫੋਰ ਦੀ ਪੀਪਲ, ਬਾਈ ਦੀ ਪੀਪਲ ਔਰ ਟੂ ਦੀ ਪੀਪਲ ਦੀ ਗੱਲ ਕਰਦੇ ਨੇ, ਉੱਥੇ ਸਲੇਵਰੀ ਵਰਗੇ ਵਰਡਸ ਜਿਹੜੇ ਹੈਗੇ ਨੇ ਉਹ ਰੀਅਲਿਸਟਿਕ ਨਹੀਂ ਲੱਗਦੇ ਹੈਗੇ। ਉਸ ਤੋਂ ਬਾਅਦ ਹੈ ਇਹ ਜਾਤੀ ਦੀ ਸ਼੍ਰੇਸ਼ਟਤਾ ਦੇ ਉੱਤੇ ਆਧਾਰਿਤ ਹੈ। ਮੀਨਸ ਕਾਸਟ ਸਿਸਟਮ ਨੂੰ ਜ਼ਿਆਦਾ ਉਹ ਕਰਦਾ। ਕੁਆਇਟ ਓਬਵੀਅਸ ਜਿਹੜੀ ਹਾਇਰ ਕਾਸਟ ਦੇ ਲੋਕ ਨੇ ਉਹ ਅਮੀਰ ਹੁੰਦੇ ਨੇ, ਜਿਹੜੀ ਲੋਅਰ ਕਾਸਟ ਦੇ ਲੋਕ ਨੇ ਉਹ ਲੋਅਰ ਨੇ। ਸੋ ਇਸ ਤਰ੍ਹਾਂ ਦੇ ਇੱਕ ਕਾਸਟ ਸਿਸਟਮ ਨੂੰ ਜਨਮ ਦਿੰਦੀ ਹੈ ਇਸ ਤਰ੍ਹਾਂ ਦੀ ਸਲੇਵਰੀ ਸਿਸਟਮ। ਉਸ ਤੋਂ ਬਾਅਦ ਦਾਸ ਵਿਵੇਕ ਰਹਿਤ ਨਹੀਂ ਹੁੰਦਾ। ਕਹਿੰਦਾ ਹੈ ਕਿ ਦਾਸ ਜਿਹੜਾ ਹੈਗਾ ਉਹ ਕਮਜ਼ੋਰ ਹੁੰਦਾ ਹੈ, ਸੋਚ ਨਹੀਂ ਸਕਦਾ, ਬਟ ਦਿਸ ਇਜ਼ ਨਾਟ ਅ ਗੁੱਡ, ਬਿਕੋਜ਼ ਦਾਸ ਜਿਹੜਾ ਹੈਗਾ ਉਹ ਮਾਈਂਡਲੈਸ ਤਾਂ ਨਹੀਂ ਹੁੰਦਾ ਨਾ, ਉਹ ਵੀ ਸੋਚ ਸਕਦਾ ਆਪਣੇ ਦਿਮਾਗ ਦੇ ਨਾਲ, ਉਹ ਵੀ ਜਿਹੜਾ ਹੈਗਾ ਉਹ ਕੰਮ ਕਰ ਸਕਦਾ ਹੈ। ਉਸ ਤੋਂ ਬਾਅਦ ਹੈ ਦੋਸ਼ਪੂਰਨ ਵੰਡ। ਮੀਨਸ ਕੈਟੇਗਰਾਈਜ਼ ਕਰਨਾ ਕਿ ਕਿਸੇ ਵਿਅਕਤੀ ਨੂੰ ਕਮਜ਼ੋਰ ਹੋ ਸਕਦਾ ਹੈ, ਇੱਕ ਵਿਅਕਤੀ ਮਾਨਸਿਕ ਤੌਰ 'ਤੇ ਜ਼ਿਆਦਾ ਬੁੱਧੀਮਾਨ ਹੋਵੇ ਔਰ ਫਿਜ਼ੀਕਲੀ ਤੌਰ 'ਤੇ ਉਹ ਘੱਟ ਕਮਜ਼ੋਰ ਹੋਵੇ। ਸੋ ਇਸ ਤਰ੍ਹਾਂ ਦੀ ਜਿਹੜੀ ਵੰਡ ਹੈ ਇਹ ਮਤਲਬ ਕਿ ਰੀਅਲਿਸਟਿਕ ਨਹੀਂ ਲੱਗਦੀ ਹੈਗੀ। ਠੀਕ ਹੈ। ਦਾਸ ਅਨਿਆਇਕਾਰੀ। ਮੀਨਸ ਸਲੇਵਰੀ ਜਿਹੜੀ ਹੈਗੀ ਆ ਉਹ ਅਨਜਸਟੀਬਲ ਹੈ, ਜਸਟੀਏਬਲ ਨਹੀਂ ਹੈ। ਗੁਲਾਮ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ, ਗੁਲਾਮ ਗੁਲਾਮ ਹੈ। ਚਾਹੇ ਇੱਕ ਚਿੜੀਆ ਹੈ ਉਹ ਸੋਨੇ ਦੇ ਪਿੰਜਰੇ ਦੇ ਵਿੱਚ ਵੀ ਰਹਿ ਰਹੀ ਹੈ, ਪਰ ਉਸਨੂੰ ਪਿੰਜਰਾ ਹੀ ਹੈ। ਠੀਕ ਹੈ। ਆਜ਼ਾਦੀ ਦੇ ਮਾਇਨੇ ਆਪਣੇ ਵੱਖਰੇ ਹੁੰਦੇ ਨੇ। ਸਲੇਵਰੀ ਕਿਸੇ ਵੀ ਤਰ੍ਹਾਂ ਦੀ ਹੋਵੇ, ਚਾਹੇ ਉਹ ਚੰਗੀ ਹੋਵੇ ਚਾਹੇ ਮਾੜੀ ਹੋਵੇ, ਸਲੇਵਰੀ ਜਿਹੜੀ ਹੈਗੀ ਇਨਜਸਟੀਏਬਲ ਹੈ। ਉਸ ਤੋਂ ਬਾਅਦ ਦਾਸਤਾ ਸੰਬੰਧੀ ਵਿਰੋਧੀ ਵਿਚਾਰ। ਹਰ ਇੱਕ ਪਰਸਨ ਜੋ ਵੀ ਹੈ ਦਾਸਤਾ ਦੇ ਅਗੇਂਸਟ ਹੈ, ਬਿਕੋਜ਼ ਇਹ ਇੱਕ ਅਨਡੈਮੋਕ੍ਰੈਟਿਕ ਜਿਹੜੀ ਹੈਗੀ ਉਹ ਸੰਸਥਾ ਨਹੀਂ ਹੈ। ਸਮਾਜਿਕ ਏਕਤਾ ਲਈ ਹਾਨੀਕਾਰਕ ਹੈ। ਡੇਂਜਰਸ ਆਫ ਦ ਸੋਸ਼ਲ ਯੂਨਿਟੀ। ਜਿੱਥੇ ਆਪਾਂ ਏਕਤਾ ਦੀ ਗੱਲ ਕਰਦੇ, ਯੂਨਿਟੀ ਦੀ ਗੱਲ ਕਰਦੇ, ਇਕੁਐਲਿਟੀ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀ ਇਹ ਸਲੇਵਰੀ ਦਾ ਕਨਸੈਪਟ ਹੈ ਇਹ ਇੱਕ ਗਲਤ ਹੈ, ਅਨਸਾਈਕੋਲੋਜੀਕਲ ਹੈ। ਹੂ ਸੈਡ ਦੈਟ ਕਿ ਮੈਂਟਲੀ ਕੋਈ ਬੰਦਾ ਕਿਸੇ ਦਾ ਦਾਸ ਬਣਨ ਦੇ ਲਈ ਰੈਡੀ ਹੋ ਜਾਂਦਾ। ਕੁਝ ਮਜਬੂਰੀਆਂ ਹੁੰਦੀਆਂ ਨੇ, ਬਟ ਅਦਰਵਾਈਜ਼ ਨੋ ਵਨ ਇਜ਼ ਰੈਡੀ ਟੂ ਬੀ ਸਲੇਵਰੀ ਰਹਿਣਾ। ਉਸ ਤੋਂ ਬਾਅਦ ਹੈ ਜੀ ਇਹ ਸ਼ੋਸ਼ਣਕਾਰੀ ਸਿਧਾਂਤ ਹੈ। ਮੀਨਸ ਐਕਸਪਲੋਇਟ ਕਰਦਾ ਹੈ ਪੀਪਲ ਨੂੰ, ਇੱਕ ਕਮਜ਼ੋਰ ਪੀਪਲ ਨੂੰ ਐਕਸਪਲੋਇਟ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਠੀਕ ਹੈ। ਸੋ ਬੇਟਾ ਇਹ ਸਲੇਵਰੀ ਦੇ ਪੁਆਇੰਟਸ ਨੇ। ਅਗਰ ਇਹਦੇ ਵਿੱਚੋਂ ਹਜੇ ਵੀ ਕੁਝ ਨਹੀਂ ਕਲੀਅਰ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ।